तो आही शलवार पानी आके मैं कपड़े बदलने इंशाल्लाह सुबह पढ़ के। ठीक है जी राणा साहब, मैं जावा। चाचू एक ਸਾਡੇ ਮਰੀਜ਼ ਆ ਭਾਜੀ ਸਭਾ, ਉਹਦਾ ਹੋ ਗਿਆ ਡੈਂਗੂ ਤੇ ਉਹਦੀ ਵਜ੍ਹਾ ਦੇ ਤੋਂ ਜਿਹੜਾ ਅਸੀਂ ਹੈਗਾ ਸਿਵਲ ਹਸਪੀਟਲ ਦੇ ਵਿੱਚ। ਉਹ ਰਾਤੀ ਸਾਨੂੰ ਇੱਕ ਟੈਸਟ ਲਿਖ ਕੇ ਦਿੱਤਾ। ਉਹ ਟੈਸਟ ਜਿਹੜਾ ਉਹ ਅਸੀਂ ਬਾਹਰੋਂ ਜਿਹੜਾ ਕਹਿਣ ਲੱਗੇ ਵੀ ਹੋਣਾ ਭਾਵੇਂ ਹੁਣ ਲੈ ਲਓ ਭਾਵੇਂ ਸੁਬਾਹ ਲੈ ਲਿਓ। ਉਹ ਬਾਅਦ ਦੇ ਵਿੱਚ ਜਿਹੜਾ ਦੇਖਿਆ ਮੈਂ ਸੁਬਾਹ ਜਿਹੜਾ ਨਾ ਫਿਰਦੇ ਰਹੇ ਲੈਬਾਰਟਰੀਆਂ ਦੇ ਉੱਤੇ, ਉਹਨਾਂ ਕਿਹਾ ਜੀ ਟੈਸਟ ਜਿਹੜਾ ਫੈਸਲਾਬਾਦ ਹੋਣਾ। ਉੱਥੋਂ ਅਸੀਂ ਵਾਪਸ ਆਏ ਹਾਂ। ਵਾਪਸ ਆਣ ਕੇ ਤੇ ਜਿਹੜੀ ਹੈਗੀ ਜੇ ਡਾਕਟਰ ਸਿਧਰਾ ਜਿਹੜੀ ਆ ਉਹ ਕਹਿਣ ਲੱਗੀ ਵੀ ਸਾਨੂੰ ਲਿਖ ਕੇ ਦਿਓ ਕਿ ਤੁਹਾਡੇ ਮਰੀਜ਼ ਦਾ ਇਲਾਜ ਸਹੀ ਹੋ ਰਿਹਾ। ਅਸੀਂ ਕਿਹਾ ਜੀ ਅੱਜ ਨਹੀਂ, ਅਸੀਂ ਤੁਹਾਨੂੰ ਕੱਲ੍ਹ ਨੂੰ ਲਿਖ ਕੇ ਦੇ ਸਕਦੇ ਹਾਂ। ਤੇ ਇੰਨੇ ਦੇ ਵਿੱਚ ਜਿਹੜਾ ਬਦਤਮੀਜ਼ੀ ਜਿਹੜਾ ਨਾ ਕਰਦੀ ਰਹੀ, ਮੈਨੂੰ ਹੁਣੇ ਲਿਖ ਕੇ ਦਿਓ, ਮੇਰੇ ਕੋਲ ਇੰਨਾ ਟਾਈਮ ਨਹੀਂ ਹੈ। ਅਸੀਂ ਕਿਹਾ ਫਿਰ ਕੱਲ੍ਹ ਨੂੰ ਲਿਖ ਕੇ ਦਿਆਂਗੇ। ਇਹ ਲਾ ਲਓ ਮੇਰਾ ਦੋਸਤ ਵੀ ਆ, ਭਾਈ ਵੀ ਆ, ਤੇ ਇਹਦੀ ਬੱਚੀ ਪਰਸੋਂ ਸ਼ਾਮੀ ਅਸੀਂ ਹਸਪਤਾਲ ਲਿਆਂਦੀ ਆ ਡੈਂਗੀ ਦੇ ਮਾਮਲੇ ਦੇ ਵਿੱਚ। ਤੇ ਕੱਲ੍ਹ ਰਾਤੀ ਇਹਨਾਂ ਨੇ ਸਾਨੂੰ ਇੱਕ ਟੈਸਟ ਲਿਖ ਕੇ ਦਿੱਤਾ, ਨਰਸਾਂ ਨੇ ਪਕੜਾਇਆ ਔਨ ਡਿਊਟੀ ਵੀ ਇਹ ਇੱਥੋਂ ਗੋਜਰਿਓ ਲੈਬਾਰਟਰੀ ਦੇ ਵਿੱਚੋਂ ਕਿਸੇ ਸ਼ਹਿਰ ਦੇ ਵਿੱਚੋਂ ਕਰਾ ਦਿਓ। ਸੁਬਾਹ ਅਸੀਂ ਗਏ ਆ ਬਾਜ਼ਾਰ ਲੈਬਾਰਟਰੀ ਤੇ, ਉਹਨਾਂ ਨੇ ਕਿਹਾ ਜੀ ਇਹ ਟੈਸਟ ਜਿਹੜਾ ਵਾ ਇਹ ਫੈਸਲਾਬਾਦੋਂ ਹੋਣਾ, ਸਾਡੇ ਕੋਲ ਇੱਕ ਕਿਟਸ ਵਗੈਰਾ ਨਹੀਂ ਹੈਗੀ ਟੈਸਟ ਕਰਨ ਦੀ। ਤੇ ਅਸੀਂ ਆ ਕੇ ਸਟਾਫ ਨੂੰ ਦੱਸਿਆ ਤੇ ਉਹਨਾਂ ਨੇ ਕਿਹਾ ਜੀ 9 ਨੰਬਰ ਕਮਰੇ 'ਚ ਡਾਕਟਰ ਸਜਾਦ ਸਾਹਿਬ ਬਹਿੰਦੇ ਨੇ। ਤੇ ਅਸੀਂ ਉਹਨਾਂ ਦੇ ਗਏ ਆ, ਉਹਨਾਂ ਦਾ ਜਿਹੜਾ ਪੀਐਨ ਸੀ ਉਹਨੂੰ ਕਿਹਾ ਸੀ ਡੈਂਗੀ ਦੇ ਮਰੀਜ਼ ਦੇ ਲੋ ਹਕੀਮ ਆ ਤੇ ਡਾਕਟਰ ਸਾਹਿਬ ਨਾਲ ਮਸ਼ਵਰਾ ਕਰਨਾ। ਅਸੀਂ ਸੁਬਾਹ ਦੇ ਫਿਰ ਰਹੇ ਆ ਟੈਸਟ, ਕੋਈ ਲੈਬਾਰਟਰੀ ਵਾਲਾ ਨਹੀਂ ਕਰਨ ਤੇ ਰਾਜ਼ੀ। ਉਹ ਕਹਿੰਦੇ ਕਿਟਸ ਹੈ ਨਹੀਂ। ਉਹਨੇ ਸਾਨੂੰ ਬਾਹਰ ਖੜੀ ਰੱਖਿਆ। ਕਾਫੀ ਦੇਰ ਬਾਅਦ ਅਸੀਂ ਉਹਨੂੰ ਕਿਹਾ ਲੈ ਵੀ ਯਾਰ ਤੂੰ ਨਹੀਂ ਮਿਲਾਣਾ ਡਾਕਟਰ ਸਾਹਿਬ ਨਾਲ ਤੇ ਅਸੀਂ ਜਾਈਏ। ਉਹਨੇ ਦਰਵਾਜ਼ਾ ਬੰਦ ਕਰ ਲਿਆ। ਅਸੀਂ ਡਾਕਟਰ ਸਾਹਿਬ ਐਮਐਸਐਫ ਸਾਹਿਬ ਦੇ ਕਮਰੇ ਚਲੇ ਗਏ। ਉੱਥੇ ਡਾਕਟਰ ਸਾਹਿਬ ਬੈਠੇ ਸੀਗੇ ਤੇ ਉਹਨਾਂ ਨੂੰ ਜਾ ਕੇ ਕਿਹਾ ਲੈ ਵੀ ਐਮਐਸਐਫ ਤਾਂ ਹੈ ਨਹੀਂ ਸੀ ਤੇ ਵੀ ਆਹ ਮਾਮਲਾ ਵਾ। ਉਹਨਾਂ ਨੇ ਟੈਸਟ ਪੜ੍ਹਿਆ, ਉਹਨਾਂ ਨੇ ਕਿਹਾ ਜੀ ਟੈਸਟ ਤਾਂ ਅਸੀਂ ਪਰਸੋਂ ਇੱਕ ਕਰਵਾ ਲਿਆ ਵਾ ਤੇ ਇਹਦਾ ਤੁਹਾਡਾ ਪੋਜ਼ੀਟਿਵ ਆਇਆ ਲੈ ਵੀ ਬੱਚੀ ਨੂੰ ਡੈਂਗੀ ਹੈ। ਤੇ ਉਹ ਅਸੀਂ ਕਿਹਾ ਜੀ ਕਿਹਨੇ ਲਿਖ ਕੇ ਦਿੱਤਾ? ਸੀ ਕਿਹਾ ਜੀ ਸਾਨੂੰ ਤਾਂ ਨਰਸਾਂ ਨੇ ਦਿੱਤਾ ਸੀ ਤੇ ਲੈ ਵੀ ਇਸ ਤਰ੍ਹਾਂ ਡਿਊਟੀ ਨਹੀਂ। ਤੇ ਅਸੀਂ ਉਹਨਾਂ ਨੇ 9 ਨੰਬਰ ਕਮਰੇ 'ਚ ਖਿਲਾਇਆ ਤੇ ਉੱਥੇ ਸਾਨੂੰ ਦਾਖਲ ਨਹੀਂ ਹੋਣ ਦਿੱਤਾ, ਕਿਸੇ ਨੇ ਬਾਤ ਨਹੀਂ ਪੁੱਛੀ। ਉਹਨਾਂ ਨੇ ਕਿਹਾ ਜੀ ਨਹੀਂ ਇਹਦੀ ਲੋੜ ਕੋਈ ਨਹੀਂ ਤੇ ਤੁਸੀਂ ਨਾ ਇਹ ਟੈਸਟ ਹੋ ਚੁੱਕਿਆ। ਅਸੀਂ ਦੁਬਾਰਾ ਆ ਗਏ ਹਾਂ ਵਾਰਡ ਦੇ ਵਿੱਚ, ਉੱਥੇ ਡਾਕਟਰ ਸਿਧਰਾ ਪਹੁੰਚ ਗਈ। ਉਹਨਾਂ ਨੇ ਪੁੱਛਿਆ ਜੀ ਤੁਸੀਂ ਇਹ ਬੱਚੀ ਦੇ ਲਵਾਹਕੀਨ ਆ? ਅਸੀਂ ਕਿਹਾ ਜੀ ਅਸੀਂ ਬੱਚੀ ਦੇ ਲਵਾਹਕੀਨ ਆ। ਉਹਨਾਂ ਨੇ ਕਿਹਾ ਜੀ ਮੈਨੂੰ ਲਿਖ ਕੇ ਦਿਓ ਬੱਚੀ ਦਾ ਇਲਾਜ ਠੀਕ ਹੋ ਰਿਹਾ। ਮੈਂ ਕਿਹਾ ਜੀ ਅਸੀਂ ਕਿਸ ਤਰ੍ਹਾਂ ਲਿਖ ਕੇ ਦੇ ਦਈਏ? ਕੱਲ੍ਹ ਸ਼ਾਮੀ ਆਏ ਆ, ਇੱਕ ਬੋਤਲ ਲੱਗੀ ਆ ਸਾਦਾ ਪਾਣੀ ਦੀ ਤੇ ਹੁਣ ਇਲਾਜ ਇਹਦਾ ਹੋਏਗਾ ਬੇਟਾ। ਮੈਂ ਕਿਹਾ ਕੱਲ੍ਹ ਤੈਨੂੰ ਇਸ ਟਾਈਮ ਅਸੀਂ ਲਿਖ ਕੇ ਦੇਵਾਂਗੇ ਵੀ ਅਸੀਂ ਇਲਾਜ ਤੋਂ ਮੁਤਮੀਨ ਆ ਜਾਂ ਨਹੀਂ। ਹੁਣ ਸੁਬਾਹ ਅਸੀਂ ਅਫਸਰ ਵੀ ਗਏ ਇਹਨਾਂ ਦੇ ਅਸਗਰ ਕਲੋਨੀ ਦੇ ਵਿੱਚ ਘਰ, ਤੇ ਉੱਥੇ ਨਾਲ ਮੈਂ ਗਿਆ, ਉਹਨਾਂ ਨੂੰ ਮੁਆਇਨਾ ਕਰਾਇਆ, ਤਾਮਨ ਕੀਤਾ ਤੇ ਅਸੀਂ ਕਿਹਾ ਬੇਟਾ ਅਸੀਂ ਸਾਡੀ ਹਾਲਤ ਦੇਖ ਲਾ। ਅਸੀਂ ਤਾਂ ਸੁਬਾਹ ਦੇ ਉੱਠੇ ਆ ਹਸਪਤਾਲੋਂ ਘਰ, ਘਰੋਂ ਹਸਪਤਾਲ ਦੌੜਾਂ ਲੱਗੀਆਂ ਸਾਡੀਆਂ। ਤੇ ਬੱਚੀ ਇਕੱਲੀ ਸੀਗੀ ਘਰ, ਉਹਨੂੰ ਵੀ ਅਸੀਂ ਹਸਪਤਾਲ ਲਿਆਂਦਾ ਇੱਥੇ, ਦੂਜੀ ਨੂੰ ਵੀ, ਤੇ ਇੱਕ ਤਾਂ ਬੇਟੀ ਬਿਮਾਰ ਪਈ ਆ। ਤੇ ਅਸੀਂ ਬੇਟਾ ਕਿ ਤੁਹਾਨੂੰ ਕੱਲ੍ਹ ਲੈ ਕੇ ਦੇਖ ਸਕਦੇ ਹਾਂ ਵੀ ਸਾਡਾ ਇਲਾਜ ਠੀਕ ਹੋ ਰਿਹਾ ਕਿ ਨਹੀਂ। ਇੰਨੀ ਗੱਲ ਦੇ ਵਿੱਚ ਉਹ ਤੈਸ਼ 'ਚ ਆ ਗਈ ਆ ਤੇ ਉਹਨੂੰ ਮੈਂ ਬੇਟਾ ਕਰਦਾ ਰਿਹਾ। ਮੈਂ ਕਿਹਾ ਬੇਟਾ ਤੂੰ ਬਦਤਮੀਜ਼ੀ ਨਾ ਕਰ ਤੇ ਤੁਸੀਂ ਬਿਆਨ ਦਿੱਤਾ। ਮੈਂ ਕਿਹਾ ਮੈਂ ਅਗਰ ਹਮਲੇ ਦੇ ਖਿਲਾਫ ਬਿਆਨ ਦਿੱਤਾ ਜਾਂ ਤੁਹਾਡੇ ਖਿਲਾਫ ਬਿਆਨ ਦਿੱਤਾ ਤੇ ਉਹ ਬਿਆਨ ਦੱਸੋ ਮੇਰਾ, ਮੈਂ ਕੀ ਦਿੱਤਾ ਬਿਆਨ, ਤੇ ਰਿਕਾਰਡਿੰਗ ਦੇ ਉੱਤੇ ਲਿਆਓ ਮੇਰਾ ਤੇ ਸੁਣੋ ਤੇ ਮੈਨੂੰ ਵੀ ਸੁਣਾਓ। ਨਾਲ ਦੂਜਾ ਸਟਾਫ ਵੀ ਮੌਜੂਦ ਸੀ, ਉਹਨਾਂ ਨੂੰ ਠੰਡਾ ਵੀ ਕੀਤਾ। ਉਹ ਮੈਨੂੰ ਨਾ ਜਿੰਨੀ ਉਹਨੇ ਬਦਤਮੀਜ਼ੀ ਵਾਲੀ ਅਖੀਰ ਕਰ ਦਿੱਤੀ। ਮੈਂ ਕਿਹਾ ਬੇਟਾ ਹੁਣ ਟੈਸਟ ਕਿਹਨੇ ਲਿਖ ਕੇ ਦਿੱਤਾ? ਮੈਂ ਕਿਹਾ ਬੇਟਾ ਹੁਣ ਮੈਂ ਤੁਹਾਨੂੰ ਇਸ ਗੱਲ ਦੀ ਪੜਤਾਲ ਕਰਕੇ ਦੱਸਣੀ ਆ ਸਾਨੂੰ ਪ੍ਰਾਈਵੇਟ ਟੈਸਟ ਕਿਹਨੇ ਲਿਖ ਕੇ ਦਿੱਤਾ, ਜਦ ਕਿ ਐਡਾ ਵੱਡਾ ਬੋਰਡ ਤੁਸੀਂ ਲਾਇਆ ਵੀ ਕੋਈ ਵੀ ਟੈਸਟ ਡੈਂਗੀ ਦਾ ਮੁਫਤ ਹੋਏਗਾ ਤੇ ਬਾਹਰੋਂ ਨਹੀਂ ਹੋਏਗਾ। ਇਹ ਚਿੱਟਾ ਤੇ ਇਹ ਹੁਣ ਮੈਂ ਚਲਾ ਗਿਆ ਐਮਐਸਐਫ ਸਾਹਿਬ ਕੋਲ ਕਮਰੇ 'ਚ। ਉੱਥੇ ਉਦੋਂ ਐਮਐਸਐਫ ਸਾਹਿਬ ਆ ਗਏ ਸੀ। ਮੇਰੇ ਜਾਣ ਤੋਂ ਪਹਿਲਾਂ ਡਾਕਟਰ ਸਿਫਰਾ ਅਸਦ ਬੈਠੀ ਹੋਈ ਸੀ ਐਮਐਸਐਫ ਕੋਲ ਤੇ ਮੈਂ ਉਹਨਾਂ ਨੂੰ ਸਾਰਾ ਵਾਕਿਆ ਦੱਸਿਆ। ਤੇ ਮੈਂ ਕਿਹਾ ਜੀ, ਉਹਨਾਂ ਨੇ ਕਿਹਾ ਜੀ ਕਿਹੜਾ ਟੈਸਟ ਆ? ਡਾਕਟਰ ਸਿਧਰਾ ਨੇ ਐਮਐਸ ਸਾਹਿਬ ਨੂੰ ਉਹ ਪਰਚੀ ਦਿਖਾਈ ਤੇ ਮੈਂ ਕਿਹਾ ਜੀ ਇਹਨੇ ਬਹੁਤ ਜ਼ਿਆਦਾ ਬਿਲਾ ਵਜ੍ਹਾ ਬਦਤਮੀਜ਼ੀ ਕੀਤੀ, ਸਾਡੇ ਤੇ ਜ਼ੋਰ ਪਾਉਂਦੀ ਰਹੀ ਵੀ ਤੁਸੀਂ ਮੈਨੂੰ ਲਿਖ ਕੇ ਦਿਓ ਇਲਾਜ ਸਹੀ ਹੋ ਰਿਹਾ। ਮੈਂ ਇਹੀ ਕਿਹਾ ਵੀ ਬੇਟਾ ਅਸੀਂ ਕਿ ਤੁਹਾਨੂੰ ਕੱਲ੍ਹ ਲਿਖ ਕੇ ਦੇ ਸਕਦੇ ਹਾਂ ਤੇ ਹੁਣ ਅਸੀਂ ਤੁਹਾਨੂੰ ਇੰਨੀ ਜਲਦੀ ਕਿਸ ਤਰ੍ਹਾਂ ਬਿਆਨ ਲਿਖ ਕੇ ਦੇ ਦਈਏ। ਕੱਲ੍ਹ ਸ਼ਾਮੀ ਤਾਂ ਅਸੀਂ ਆਏ ਆ, ਉੱਥੇ ਡਾਕਟਰ ਸਾਹਿਬ ਨੇ ਬਾਤ ਸਾਡੀ ਸੁਣੀ। ਉਹਨੂੰ ਡਾਕਟਰ ਸਿਧਰਾ ਨੂੰ ਐਮਐਸਐਫ ਨੇ ਕੋਈ ਉਹਨੂੰ ਕਿਹਾ ਜੀ ਕਿਹੜਾ ਬਿਆਨ ਉਹ ਮੈਨੂੰ ਸੁਣਾ ਇਹਨਾਂ ਦਾ ਮੁਹੰਮਦ ਅਜਾਜ਼ ਆਮਰ ਦਾ। ਮੈਂ ਜੀ ਸਰ ਮੈਂ ਉਹ ਸੁਣ ਲਿਆ ਬਿਆਨ। 2 ਦਫਾ ਐਮਐਸ ਸਾਹਿਬ ਨੇ ਉਹਨੂੰ ਕਿਹਾ, ਉਹਨੇ ਮੋਬਾਈਲ ਤੋਂ ਬਿਆਨ ਨਹੀਂ ਸੁਣਾਇਆ ਤੇ ਡਾਕਟਰ ਸਾਹਿਬ ਨੇ ਉਹਨੂੰ ਕੋਈ ਦੂਜੀ ਬਾਤ ਨਹੀਂ ਕਹੀ
ਕਿਹਾ ਜੀ ਮੈਂ ਇਨਕੁਆਇਰੀ ਕਰਦਾ ਵਾਂ ਤੇ ਮੈਂ ਉਹਨੂੰ ਕਿਹਾ ਡਾਕਟਰ ਸਾਹਿਬ ਨੂੰ, ਮੈਂ ਡਾਕਟਰ ਸਾਹਿਬ ਅੱਜ ਤਾਂ ਤੁਹਾਡੇ ਕੋਲ ਸ਼ਿਕਾਇਤ ਲੈ ਕੇ ਆਏ ਹਾਂ ਵੀ ਇਹਨਾਂ ਨੇ ਲਵਾਹਕੀਨ ਨਾਲ ਸਾਡੇ ਨਾਲ ਬਹੁਤ ਜ਼ਿਆਦਾ ਬਦਤਮੀਜ਼ੀ ਕੀਤੀ ਤੇ ਉਹ ਪੂਰਾ ਸਟਾਫ ਮੌਜੂਦ ਆ ਤੇ ਅੱਜ ਤਾਂ ਸ਼ਿਕਾਇਤ ਕਰਨ ਆਏ ਹਾਂ। ਹਾਲੇ ਤੱਕ ਕੋਈ ਵੀ ਇਨਕੁਆਇਰੀ ਜਾਂ ਕੋਈ ਵੀ ਉਹਦੇ ਖਿਲਾਫ ਐਕਸ਼ਨ ਸਾਨੂੰ ਨਜ਼ਰ ਨਹੀਂ ਆ ਰਿਹਾ ਤੇ ਬਲਕਿ ਅਸੀਂ ਤਾਂ ਇਸ ਗੱਲ ਦੇ ਉੱਤੇ ਸੋਚ ਰਹੇ ਹਾਂ ਵੀ ਹੁਣ ਇਹਨੂੰ ਇhtਜਾਜਨ ਆਪਣੀ ਬੱਚੀ ਨੂੰ ਇੱਥੇ ਲੈ ਜਾਈਏ, ਕਿਉਂ ਇੱਕ ਅਸੀਂ ਮਜਬੂਰ ਹੋ ਕੇ ਆਏ ਹਾਂ ਤੇ ਦੂਜਾ ਇੱਥੇ ਬਿਲਾ ਵਜ੍ਹਾ ਸਾਡੇ ਮੁਅੱਜ਼ਜ਼ ਆਦਮੀਆਂ ਦੀ ਇਹ ਬੇਇੱਜ਼ਤੀ ਕਰ ਰਹੇ ਔਰ ਜ਼ਲੀਲ ਕਰ ਰਹੇ ਔਰ ਬਿਲਾ ਵਜ੍ਹਾ ਸਾਨੂੰ ਟੈਸਟ ਸ਼ਹਿਰ ਦਾ ਲਿਖ ਕੇ ਦੇ ਰਹੇ ਨੇ। ਅਫਸਰ ਆ ਰਹੇ ਨੇ ਸਾਡੇ ਘਰਾਂ 'ਚ, ਅਸੀਂ ਉਹਨਾਂ ਨਾਲ ਤਾਵਨ ਕਰ ਰਹੇ ਹਾਂ, ਤਸਵੀਰਾਂ ਖਿਚਾਰ ਦੀ ਵੀ ਤੇ ਉਹਨਾਂ ਨੂੰ ਕਿਚਨ ਦੇ ਰਹੇ ਹਾਂ, ਪਾਣੀ ਪਿਲਾ ਰਹੇ ਹਾਂ, ਅਸੀਂ ਹਸਪਤਾਲ ਵੀ ਡਿਊਟੀਆਂ ਦੇਣ ਦੇ ਹਾਂ, ਇੱਥੇ ਬਿਸਤ ਵੀ ਹੋਣ ਡਏ ਹਾਂ ਤੇ ਹੁਣ ਤਾਂ ਅਸੀਂ ਜਾਂ ਇhtਜਾਜ ਕਰਕੇ ਆਪਣੇ ਮਰੀਜ਼ ਨੂੰ ਸੜਕ ਦੇ ਉੱਤੇ ਪਾ ਲਈਏ ਵੀ ਸਾਨੂੰ ਟੈਸਟ ਵੀ ਲਿਖ ਕੇ ਦੇ ਰਹੇ ਆ ਪ੍ਰਾਈਵੇਟ ਤੇ ਸਾਡੇ ਨਾਲ ਬਦਤਮੀਜ਼ੀ ਵੀ ਕਰਨ ਦੇ। ਆਲਾ ਹਕਾਮ ਨਾਲ ਮੇਰੀ ਗੁਜ਼ਾਰਿਸ਼ ਆ ਵੀ ਸਾਡੀ ਆਵਾਜ਼ ਸੁਣੀ ਜਾਵੇ ਤੇ ਸਾਡੀ ਇੱਜ਼ਤ ਨਫਸ ਜਿਹੜੀ ਮਜਰੂਹ ਹੋ ਰਹੀ ਆ ਹਸਪਤਾਲਾਂ 'ਚ ਤੇ ਇਹਦਾ ਸਾਡੇ ਨਾਲ ਪਤਾ ਨਹੀਂ ਕਿੰਨੇ ਕੁ ਮਰੀਜ਼ਾਂ ਦੀ ਇੱਜ਼ਤ ਨਫਸ ਮਜਰੂਹ ਹੁੰਦੀ ਆ ਤੇ ਉਹਨਾਂ ਦਾ ਐਕਸ਼ਨ ਲਿਆ ਜਾਵੇ। ਮੇਰ ਨੂੰ ਜਾਂ ਪਰਸੋਂ ਇਨਸ਼ਾਅੱਲਾ ਕਹਿੰਦੇ ਛੁੱਟੀ ਦੇਵਾਂਗੇ ਤੁਹਾਨੂੰ, ਆ ਮਿਲ ਕੇ ਆ ਰਹੇ ਡਾਕਟਰ ਸਾਹਿਬ ਨੂੰ।